ਮਸਲਾ ਆਇਆ ਜਿਹੜੀ ਗੱਲ ਕਰੀਏ ਕਿ ਸਮਝੌਤਾ ਕਰਿਆ ਜਾਂ ਐਗਰੀਮੈਂਟ ਕਰਿਆ ਦਿੱਲੀ ਸਰਕਾਰ ਨਾਲ ਕਿ ਉਹ ਪੰਜਾਬ ਦੇ 18 ਤੋਂ ਵੱਧ ਵਿਭਾਗਾਂ 'ਚ ਇੱਕ ਦੂਜੇ ਨਾਲ ਜਿਹੜਾ ਜਾਣਕਾਰੀ ਮੁਹੱਈਆ ਕਰਾਉਣ, ਇੱਕ ਦੂਜੇ ਤੋਂ ਜਾਣਕਾਰੀ ਲੈਣਗੇ ਵੀ ਦੇਣਗੇ। ਤੁਸੀਂ ਕਿਵੇਂ ਇਹ ਚੀਜ਼ ਨੂੰ ਦੇਖਦੇ ਹੋ ਕਿ ਇੱਕ ਤਰ੍ਹਾਂ ਦਾ ਜਿਹੜਾ ਮਨ 'ਚ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਇਹ ਹੈ ਕਿ ਹੁਣ ਤੱਕ ਜਿਹੜਾ ਇਤਿਹਾਸ ਵੀ ਹੈ ਕਿ ਦਿੱਲੀ ਨੇ ਕਦੇ ਪੰਜਾਬ ਨਾਲ ਜਾਂ ਕਹਿ ਲਈਏ ਪੋਜ਼ੀਟਿਵ ਕੋਈ ਵਿਸ਼ਵਾਸ ਵਾਲਾ ਕੰਮ ਨਹੀਂ ਕੀਤਾ ਹੈਗਾ। ਅਸਲ ਜਦੋਂ ਦਿੱਲੀ ਦਾ ਨਾਮ ਆਉਂਦਾ ਤੁਹਾਡੇ ਮਨ ਦੇ ਵਿੱਚ ਦਿੱਲੀ ਨੂੰ ਲੈ ਕੇ ਕੀ ਚੱਲਦਾ? ਤੁਹਾਡੀਆਂ ਮੀਟਿੰਗਾਂ ਪਹਿਲਾਂ ਵੀ ਜਿਵੇਂ ਕਿਸੇ ਨਾ ਕਿਸੇ ਲੋਕ ਸਮੱਸਿਆ ਤੋਂ ਬਾਅਦ ਧਰਨੇ ਲੱਗਦੇ ਨੇ, ਮੀਟਿੰਗ ਹੁੰਦੀ ਹੈ ਕਿਸੇ ਮੁੱਖ ਮੰਤਰੀਆਂ ਨਾਲ ਜਾਂ ਕਿਸੇ ਹੋਰ ਵੱਡੇ ਰਾਜਨੀਤਿਕ ਲੀਡਰਾਂ ਨਾਲ। ਪਿੱਛੇ ਜੇ ਤੁਹਾਡੀ ਤਾਜ਼ੀ ਜਿਹੜੀ ਮੀਟਿੰਗ ਸੀ ਭਗਵੰਤ ਮਾਨ ਨਾਲ ਵੀ ਹੋਈ ਸੀ, ਕੀ ਲੱਗਦਾ ਵੀ ਜਦੋਂ ਉਹ ਹੋਰ ਮੰਤਰੀਆਂ ਜਾਂ ਹੋਰ ਮੁੱਖ ਮੰਤਰੀਆਂ ਨਾਲੋਂ ਪਿਛਲਿਆਂ ਨਾਲੋਂ ਤੇ ਇਹਦੇ ਵਿੱਚ ਕੋਈ ਫਰਕ ਲੱਗਿਆ, ਕੋਈ ਨੇਕੀ ਦਾ ਜਾਂ ਬਸ ਕੋਈ ਸੇਮ ਹੀ ਕੰਮ ਕਰ ਸੀ? ਚਿੰਤਾ ਦਾ ਵਿਸ਼ਾ ਜੀ ਇੱਕ ਪੰਜਾਬ ਦਾ ਕਿਤੇ ਨਾ ਕਿਤੇ ਜਿਹੜਾ ਇਤਿਹਾਸ ਹੈ ਆਪਣਾ ਅਣਖ ਵਾਲਾ ਰਿਹਾ ਹੈ, ਪਰ ਮਾੜੇ ਹਕੂਮਤਾਂ ਕਰਕੇ ਜਿਹੜਾ ਕਹਿ ਲਈਏ ਖੁਦਕੁਸ਼ੀਆਂ ਦਾ ਦੌਰ ਬਹੁਤ ਜ਼ਿਆਦਾ ਚੱਲ ਰਿਹਾ ਜੀ। ਆਏ ਦਿਨ ਅਖਬਾਰ ਦੀਆਂ ਸੁਰਖੀਆਂ ਬਣੇ ਪਏ ਹੁੰਦੇ ਨੇ ਕਿਸਾਨ ਕਿ ਕਿਤੇ ਸਪਰੇਅ ਪੀ ਲਈ, ਆਰਥਿਕ ਤੰਗੀ ਤੋਂ ਚੱਲਦਿਆਂ ਕੁਛ ਹੁਣ ਕਣਕਾਂ ਦਾ ਝਾੜ ਘਟ ਗਿਆ। ਕੀ ਲੱਗਦਾ ਵੀ ਅਸਲ ਦੇ ਵਿੱਚ ਇੰਨੇ ਟਾਈਮ ਤੋਂ ਸਰਕਾਰਾਂ ਵੀ ਪੰਜਾਬ ਪੱਕੀ ਕਹਿਣ ਵਾਲੀਆਂ ਆ ਗਈਆਂ, ਜਥੇਬੰਦੀਆਂ ਵੀ ਨੇ ਚਲੋ ਸੰਘਰਸ਼ ਕਰ ਰਹੀਆਂ ਨੇ, ਇਹ ਰੁਕ ਕਿਉਂ ਨਹੀਂ ਰਿਹਾ, ਵਾਧਾ ਹੁੰਦਾ ਜਾ ਰਿਹਾ? ਪਿੱਛੇ ਜਿਹੇ ਇੱਕ ਤਾਜ਼ਾ ਬਿਆਨ ਆਇਆ ਜੀ ਰਾਜੇਵਾਲ ਜੀ ਦਾ ਕਿ 1 ਕਰੋੜ ਮੁਆਵਜ਼ੇ ਚਾਹੀਦੇ ਜਿਹੜੇ ਖੁਦਕੁਸ਼ੀ ਵਾਲੇ ਪਰਿਵਾਰ ਜਿਹੜੇ ਕਰਦੇ ਨੇ। ਕੀ ਲੱਗਦਾ ਵੀ ਤੁਸੀਂ ਇਹ ਬਿਆਨ ਨੂੰ ਕਿਵੇਂ ਦੇਖਦੇ ਹੋ? ਕੀ ਲੱਗਦਾ ਵੀ ਜਿਹੜਾ ਤੁਸੀਂ ਖੇਤੀ ਮਾਡਲ ਤਿਆਰ ਕਰਾ ਕੇ ਜਾ ਰਹੇ ਹੋ ਸਰਕਾਰ ਕੋਲ ਲਿਜਾਣਾ, ਕੀ ਕੀ ਚੀਜ਼ਾਂ ਨੇ ਉਹਦੇ ਵਿੱਚ ਮੇਨ ਜਾਂ ਕਿਵੇਂ ਖੇਤੀ ਬਚ ਸਕਦੀ ਹੈ? ਜਿਵੇਂ ਹੁਣ ਆਪਣੇ ਪਿੱਛੇ ਇੱਕ ਨਰਿੰਦਰ ਤੋਮਰ ਜੀ ਦਾ ਬਿਆਨ ਆਇਆ ਰਸਾਇਣਕ ਤੇ ਪੰਜਾਬ ਨੂੰ ਪਹਿਲਾਂ ਸਭ ਕੁਛ ਤੁਸੀਂ ਜਦੋਂ ਆਪਣਾ ਪੰਜਾਬ ਦਾ ਮੋਰਚਾ ਲੱਗਿਆ ਹੋਇਆ ਸੀ ਦਿੱਲੀ ਕਹਿ ਲਈਏ, ਸਾਰੀਆਂ ਜਥੇਬੰਦੀਆਂ ਇਕੱਠੀਆਂ ਸੀ। ਹੁਣ ਅਸਲ ਦੇ ਵਿੱਚ ਇਹ ਕੀ ਹੋਇਆ, ਕਿਤੇ ਨਾ ਕਿਤੇ ਸਰਕਾਰ ਦੀ ਇੱਦਾਂ ਦੀ ਪਾਲਿਸੀ ਤਾਂ ਨਹੀਂ ਤੁਹਾਨੂੰ ਆਪਸ ਦੇ ਵਿੱਚ ਨਿਖੇੜਨ ਵਾਸਤੇ ਕੁਛ ਕੁ ਜਥੇਬੰਦੀਆਂ ਨਾਲ ਮੀਟਿੰਗ ਕਰ ਲਈ, ਰੁੱਦੂ ਜੀ ਬਿਆਨ ਦੇ ਰਹੇ ਨੇ ਕਿ ਉਹ ਤਾਂ ਜਥੇਬੰਦੀ ਨਹੀਂ ਹੈਗੀਆਂ, ਕੁਛ ਆਪਣੇ ਵੱਲੋਂ ਰਾਜੇਵਾਲ ਜੀ ਨਹੀਂ ਹੈਗੇ। ਕੀ ਲੱਗਦਾ ਅਸਲ ਦੇ ਵਿੱਚ ਤੁਸੀਂ ਇਹ ਚੀਜ਼ ਦਾ ਕਿਵੇਂ ਦੇਖਦੇ ਹੋ ਕਿ ਹੋਸ ਆਉਣ ਵਾਲੇ ਟਾਈਮ 'ਚ ਸਿਰ ਜੋੜੋਗੇ ਇਕੱਠੇ ਤੁਸੀਂ ਜਾਂ? ਅਤੇ ਉਰਾਂ ਸਾਹਿਬ ਇੱਕ ਗੱਲ ਹੋਰ ਵੀ ਸੀ, ਕਾਫੀ ਤੁਹਾਡੇ ਜਿਹੜੇ ਬਿਆਨ ਹੁੰਦੇ ਨੇ ਬੇਬਾਕ ਬਿਆਨ ਹੁੰਦੇ ਨੇ, ਤੁਸੀਂ ਆਪਣੀ ਮਰਜ਼ੀ ਨਾਲ ਬਿਆਨ ਦਿੰਦੇ ਹੋ। ਕੁਛ ਕੁ ਲੋਕ ਜਦੋਂ ਕਿਸੇ ਨਾ ਕਿਤੇ ਮਿਲਦੇ ਆ ਗੱਲਬਾਤ ਕਹਿੰਦੇ ਨੇ ਕਿ ਉਰਾਂ ਸਾਹਿਬ ਠੀਕ ਹੈ ਜੀ ਵਿਕਦੇ ਨਹੀਂ ਹੈਗੇ, ਸੱਚਾਈ ਨੇ ਬੇਡੋਲ ਨੇ, ਪਰ ਤੁਹਾਨੂੰ ਇੱਦਾਂ ਕਿਉਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਤੁਸੀਂ ਸਿੱਖੀ ਦੇ ਖਿਲਾਫ ਹੋ, ਤੁਸੀਂ ਸਿੱਖੀ ਨਾਲ ਨਫ਼ਰਤ ਕਰਦੇ ਹੋ? ਇਹ ਕਿਉਂ ਅਸਲ ਦੇ ਵਿੱਚ ਅਤੇ ਪੰਜਾਬ ਦੇ ਕੁਛ ਕੁ ਮਸਲੇ ਨੇ ਜਾਂ ਜਿਵੇਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਕਹਿ ਲਈਏ ਨੌਕਰੀਆਂ ਦੇ ਵਿੱਚ ਜ਼ਿਆਦਾ ਪਹਿਲ ਦੇਣੀ, ਕੁਛ ਕੁ ਹੋ ਨਹੀਂ ਸਕਦਾ ਵੀ ਤੁਹਾਡੀ ਨਜ਼ਰ ਦੇ ਵਿੱਚ ਆਉਣ ਵਾਲੇ ਟਾਈਮ 'ਚ ਕੋਈ ਹੋਣਾ ਚਾਹੀਦਾ ਵੀ ਪੰਜਾਬ ਨੂੰ ਵੱਧ ਅਹਿਮੀਅਤ ਦਿੱਤੀ ਜਾਵੇ? ਜਾਂ ਜਿਵੇਂ ਹਿਮਾਚਲ ਦੇ ਵਿੱਚ ਕਾਨੂੰਨ ਹੈ ਕੋਈ ਜਿਹੜਾ ਪੰਜਾਬ ਦੇ ਵਿੱਚ ਬਾਹਰਲੇ ਨਾ ਕੋਈ ਇੱਦਾਂ ਜ਼ਮੀਨ ਲੈ ਸਕਣ, ਜਾਂ ਪੰਜਾਬ ਨੂੰ ਵੱਧ ਪਹਿਲ ਦੇ ਆਧਾਰ 'ਤੇ ਘੱਟੋ ਘੱਟ 90% ਕੋਟਾ ਨੌਕਰੀਆਂ ਦੇ ਵਿੱਚ ਹੋ ਜੇ, ਆਉਣ ਵਾਲੇ ਟਾਈਮ 'ਚ ਕੋਈ ਇੱਦਾਂ ਦੀ ਮੰਗ ਹੋ ਸਕਦੀ ਰੱਖਣੀ ਚਾਹੀਦੀ ਜਾਂ ਤੁਹਾਡੇ ਹਿਸਾਬ ਨਾਲ ਕੀ? ਪੰਜਾਬ ਸਥਾਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਮੈਂ ਸੁਖਵੀਰ ਸਿੰਘ ਖੜਿਆਲ ਤੁਹਾਡਾ ਸਵਾਗਤ ਕਰਦਾ। ਜਿਵੇਂ ਕਿ ਸਾਡਾ ਵਾਅਦਾ ਕੀਤਾ ਹੋਇਆ ਅਤੇ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਤੁਹਾਡੇ ਰੂਬਰੂ ਅਸੀਂ ਕਿਸੇ ਨਾ ਕਿਸੇ ਸ਼ਖਸੀਅਤ ਨੂੰ ਰੂਬਰੂ ਕਰਦੇ ਹੁੰਦੇ ਹਾਂ। ਅੱਜ ਸਾਡੇ ਨਾਲ ਪ੍ਰਧਾਨ ਸਾਹਿਬ ਨੇ ਜੋਗਿੰਦਰ ਸਿੰਘ ਉਗਰਾਹਾਂ ਜੀ, ਜੋ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਪੰਜਾਬ ਦੇ ਮੁੱਦਿਆਂ 'ਤੇ ਕੁਛ ਕੁ ਪੰਜਾਬ ਦੇ ਵਿਸ਼ੇ ਜਿਹੜੇ ਚਿੰਤਾ ਦੇ ਵਿਸ਼ੇ ਨੇ ਉਹਨਾਂ 'ਤੇ ਆਪਾਂ ਚਰਚਾ ਕਰਾਂਗੇ ਅੱਜ ਪ੍ਰਧਾਨ ਜੀ ਨਾਲ। ਸੋ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ। ਪ੍ਰਧਾਨ ਜੀ, ਜਿਵੇਂ ਹੁਣ ਆਪਾਂ ਤਾਜ਼ਾ ਮਸਲਾ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਵੱਲੋਂ ਐਲਾਨ ਵੀ ਕੀਤੇ ਜਾ ਰਹੇ ਜਦੋਂ ਦੀ ਸਰਕਾਰ ਆਈ ਹੈ, ਵਿਰੋਧੀ ਦੀਆਂ ਨਜ਼ਰਾਂ ਵੀ ਨੇ, ਵਿਰੋਧੀ ਆਪੋ ਆਪਣੇ ਪ੍ਰਤੀਕਰਮ ਦਿੰਦੇ ਨੇ। ਹੁਣ ਇੱਕ ਮਸਲਾ ਆਇਆ ਜਿਹੜੀ ਗੱਲ ਕਰੀਏ ਕਿ ਸਮਝੌਤਾ ਕਰਿਆ ਜਾਂ ਐਗਰੀਮੈਂਟ ਕਰਿਆ ਦਿੱਲੀ ਸਰਕਾਰ ਨਾਲ ਕਿ ਉਹ ਪੰਜਾਬ ਦੇ 18 ਤੋਂ ਵੱਧ ਵਿਭਾਗਾਂ 'ਚ ਇੱਕ ਦੂਜੇ ਨਾਲ ਜਿਹੜਾ ਜਾਣਕਾਰੀ ਮੁਹੱਈਆ ਕਰਾਉਣ, ਇੱਕ ਦੂਜੇ ਤੋਂ ਜਾਣਕਾਰੀ ਲੈਣਗੇ ਵੀ ਦੇਣਗੇ ਵੀ। ਤੁਸੀਂ ਕਿਵੇਂ ਇਹ ਚੀਜ਼ ਨੂੰ ਦੇਖਦੇ ਹੋ? ਦੇਖੋ, ਸਮਝੌਤੇ ਬਾਰੇ ਜਿਹੜਾ ਇਹਨਾਂ ਨੇ ਦਿੱਲੀ ਸਰਕਾਰ ਨਾਲ ਕੀਤਾ, ਇਹਨਾਂ ਦੀ ਆਪਦੀ ਸਰਕਾਰ ਹੈ, ਉਹ ਪਾਰਟੀ ਦੀ ਸਰਕਾਰ ਹੈ। ਕੇਜਰੀਵਾਲ ਦੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੈ, ਕੇਜਰੀਵਾਲ ਦੀ ਸਰਕਾਰ ਦਿੱਲੀ 'ਚ ਹੈ। ਉਹਨਾਂ ਤੋਂ ਕੋਈ ਸਲਾਹ ਮਸ਼ਵਰਾ ਲੈਣਾ ਤਾਂ ਚਲੋ ਚੱਲਦਾ ਹੀ ਸੀਗਾ। ਇਹ ਸਮਝੌਤੇ ਦੇ ਵਿੱਚ ਐਗਰੀਮੈਂਟ ਦੇ ਵਿੱਚ ਕੀ ਨਵਾਂ ਹੈ, ਕੀ ਚੰਗਾ ਕੀ ਮਾੜਾ ਹੈ, ਇਹ ਹੈਗਾ ਪੋਲੀਟੀਕਲ ਮਸਲਾ ਜੀ। ਇਹਦੇ ਬਾਰੇ
ਇੰਨਾ ਤਾਂ ਕਿਹਾ ਜਾ ਸਕਦਾ ਵੀ ਅਮਲ ਦੇ ਵਿੱਚੋਂ ਦੇਖਾਂਗੇ ਹੂੰ ਜਦੋਂ ਇਹਨਾਂ ਦੇ ਇਹ ਸਮਝੌਤੇ ਤੋਂ ਬਾਅਦ ਇਹਦਾ ਅਮਲ ਕੀ ਹੋਇਆ, ਇਹਦੇ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੈ ਕਿ ਨੁਕਸਾਨ ਹੈ, ਹੂੰ ਇਹ ਅਮਲਦਾਰੀ 'ਚੋਂ ਬਹੁਤਾ ਪਤਾ ਲੱਗੂਗਾ। ਅਮਲ ਤੋਂ ਪਹਿਲਾਂ ਕਹਿਣ ਵਾਸਤੇ ਕੁਛ ਵੀ ਅਜੇ ਆਪਾਂ ਨੂੰ ਨਹੀਂ ਅਜੇ ਚਾਹੀਦਾ ਜੀ, ਕਿਉਂਕਿ ਆਪਣੇ ਬਾਰੇ ਇਹਦਾ ਕਿਤੇ ਅਮਲਦਾਰੀ ਇਸ ਤਰ੍ਹਾਂ ਕਿਤੇ ਹੋਈ ਹੋਵੇ, ਕਿਸੇ ਹੋਰ ਸਟੇਟ 'ਚ ਹੋਈ ਹੋਵੇ, ਕਿਸੇ ਨੇ ਕੀਤਾ ਹੋਵੇ, ਜੀ ਉਹਦੇ ਬਾਰੇ ਜੇ ਕੋਈ ਸਾਡੇ ਕੋਲੇ ਠੋਸ ਹੈ ਨਹੀਂ ਤੱਥ, ਇਸ ਕਰਕੇ ਇਹਦਾ ਅਜੇ ਬਹੁਤਾ ਕੁਛ ਨਹੀਂ ਕਿਹਾ ਜਾ ਸਕਦਾ। ਪ੍ਰਧਾਨ ਜੀ, ਦਾ ਆਪਾਂ ਕਿਸਾਨ ਮੋਰਚਾ ਚੱਲ ਰਿਹਾ ਸੀ ਕਿਤੇ ਨਾ ਕਿਤੇ, ਉਦੋਂ ਸਟੇਜ ਦੇ ਵਿੱਚੋਂ ਵੀ ਕਿਹਾ ਜਾਂਦਾ ਸੀ ਕਿ ਦਿੱਲੀ ਨੇ ਧੋਖਾ ਕਰਤਾ ਪੰਜਾਬ ਨਾਲ। ਗਾਣੇ ਸੀ ਜਿਹੜੇ ਉਹ ਜ਼ਿਆਦਾ ਕਿ ਤੈਨੂੰ ਵੱਢਾਂਗੇ ਦਿੱਲੀ ਜਾਂ ਦਿੱਲੀ ਨੂੰ ਲੈ ਕੇ ਇੱਕ ਤਰ੍ਹਾਂ ਦਾ ਜਿਹੜਾ ਮੰਚ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਇਹ ਹੈ ਕਿ ਹੁਣ ਤੱਕ ਜਿਹੜਾ ਇਤਿਹਾਸ ਵੀ ਹੈ ਕਿ ਦਿੱਲੀ ਨੇ ਕਦੇ ਪੰਜਾਬ ਨਾਲ ਜਾਂ ਕਹਿ ਲਈਏ ਪੋਜ਼ਿਟਿਵ ਕੋਈ ਵਿਸ਼ਵਾਸ ਵਾਲਾ ਕੰਮ ਨਹੀਂ ਕੀਤਾ ਹੈਗਾ। ਅਸਲ ਜਦੋਂ ਦਿੱਲੀ ਦਾ ਨਾਮ ਆਉਂਦਾ, ਤੁਹਾਡੇ ਮਨ ਦੇ ਵਿੱਚ ਦਿੱਲੀ ਨੂੰ ਲੈ ਕੇ ਕੀ ਚੱਲਦਾ? ਦੇਖੋ, ਦਿੱਲੀ ਇੱਕ ਇੱਟਾਂ ਦੀ ਦਿੱਲੀ ਹੈ, ਉਹ ਇੱਕ ਰਾਜਧਾਨੀ ਬਣੀ ਹੋਈ ਹੈ, ਇੱਕ ਥਾਂ ਦਾ ਨਾਂ ਦਿੱਲੀ ਹੈ। ਦਿੱਲੀ ਦਾ ਇੱਕ ਪੁਰਾਣਾ ਇਤਿਹਾਸ ਰਿਹਾ ਹੈ, ਇੱਥੇ ਸਾਰੇ ਰਾਜੇ, ਮੁਗਲ ਰਾਜੇ ਵੀ ਰਾਜ ਕਰਦੇ ਰਹੇ ਨੇ, ਅੰਗਰੇਜ਼ਾਂ ਦਾ ਰਾਜ ਵੀ ਦਿੱਲੀ 'ਚ ਰਿਹਾ। ਉਹ ਇਸ ਕਰਕੇ ਉਹ ਇੱਕ ਰਾਜ ਸੱਤਾ ਦਾ ਇੱਕ ਸਥਾਨ ਵਜੋਂ ਤਾਂ ਉਹ ਹੈ ਬਦਨਾਮ, ਕਿ ਰਾਜ ਕਰਨ ਵਾਲੇ ਲੋਕਾਂ ਨੇ ਕਿਰਤੀ ਲੋਕਾਂ 'ਤੇ ਕਦੇ ਤਰਸ ਨਹੀਂ ਕੀਤਾ, ਇਹ ਇਤਿਹਾਸ ਗਵਾਹ ਹੈ। ਇਸ ਕਰਕੇ ਉਹ ਨਾਮ ਨਾਲ ਆਏ ਤਾਂ ਲੋਕਾਂ ਦੀ ਛੇੜਛਾੜ ਹੁੰਦੀ ਹੈ, ਦਿੱਲੀ ਨਾਲ ਛੇੜਛਾੜ ਕਰਨੀ, ਦਿੱਲੀ ਨਾਲ ਪੰਗੇ ਲੈਣਾ, ਦਿੱਲੀ ਨਾਲ ਐਂ ਕਰਦਾ ਕਿ ਦਿੱਲੀ ਨਾਲ, ਹੋਰ ਦਿੱਲੀ ਦੀ ਜਨਤਾ ਨਾਲ ਅਤੇ ਦਿੱਲੀ ਦੇ ਨਾਲ ਤਾਂ ਲੋਕਾਂ ਦਾ ਕੋਈ ਵੈਰ ਨਹੀਂ। ਅਸਲ ਜਿਹੜੀਆਂ ਉੱਥੇ ਹਕੂਮਤਾਂ ਘਟਦੀਆਂ ਰਹੀਆਂ ਨੇ ਪਾਲਿਸੀਆਂ ਹੁਣ ਤੱਕ, ਜਿਵੇਂ 9ਵੇਂ ਗੁਰੂ ਜੀ ਦਾ ਸਿਰ ਕਤਲ ਕੀਤਾ ਮੁਗਲ ਬਾਦਸ਼ਾਹ ਨੇ, ਉਹ ਵਧੀਕੀਆਂ ਦਿੱਲੀ ਦੇ ਵਿੱਚ ਹੋਈਆਂ ਨੇ, ਲਾਲ ਕਿਲ੍ਹੇ ਵਰਗੀਆਂ ਇਤਿਹਾਸਕ ਥਾਵਾਂ 'ਤੇ ਇਹੋ ਜਿਹੇ ਕੁਛ ਹੋਏ ਨੇ। ਉਸ ਕਰਕੇ ਦਿੱਲੀ ਦੇ ਨਾਲ ਕਿਰਤੀ ਲੋਕਾਂ ਦੀ ਪੁਰਾਣੀ ਦੁਸ਼ਮਣੀ ਹੈ, ਅਤੇ ਉੱਥੇ ਰਾਜ ਕਰਦੇ ਰਾਜੇ ਕਿਰਤੀ ਲੋਕਾਂ 'ਤੇ ਜ਼ਬਰ ਜ਼ੁਲਮ ਕਰਦੇ ਰਹੇ ਨੇ। ਉਸ ਨਜ਼ਰੀਏ 'ਚੋਂ ਤਾਂ ਦਿੱਲੀ ਨੂੰ ਇੱਕ ਨਿਸ਼ਾਨਾ ਬਣਾਇਆ ਹੋਇਆ, ਉਹ ਇੱਕ ਥਾਂ ਹੈ। ਪਰ ਦਿੱਲੀ ਦੇ ਵਿੱਚ ਤਾਂ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਰੋਟੀ ਤੋਂ ਮੁਹਤਾਜ ਨੇ, ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ, ਜਿਹੜੇ ਵਿਚਾਰੇ ਗਰੀਬ ਨੇ, ਜਿਹੜੇ ਸਾਡੇ ਨਾਲੋਂ ਵੀ ਜ਼ਿਆਦਾ ਗਰੀਬ ਨੇ। ਦਿੱਲੀ ਦੇ ਵਿੱਚ ਹੀ ਜਨਤਾ ਵੱਜਦੀ ਹੈ, ਜਨਤਾ ਨਾਲ ਤਾਂ ਲੋਕਾਂ ਦਾ ਕੋਈ ਵੈਰ ਨਹੀਂ। ਬਿਲਕੁਲ। ਤੁਹਾਡੀਆਂ ਮੀਟਿੰਗਾਂ ਪਹਿਲਾਂ ਵੀ ਜਿਵੇਂ ਕਿਸੇ ਨਾ ਕਿਸੇ ਲੋਕ ਸਮੱਸਿਆ ਤੋਂ ਬਾਅਦ ਧਰਨੇ ਲੱਗਦੇ ਨੇ, ਮੀਟਿੰਗ ਹੁੰਦੀ ਹੈ ਕਿਸੇ ਮੁੱਖ ਮੰਤਰੀਆਂ ਨਾਲ ਜਾਂ ਕਿਸੇ ਹੋਰ ਵੱਡੇ ਰਾਜਨੀਤਿਕ ਲੀਡਰਾਂ ਨਾਲ। ਪਿੱਛੇ ਜੇ ਤੁਹਾਡੀ ਤਾਜ਼ੀ ਜਿਹੜੀ ਮੀਟਿੰਗ ਸੀ ਭਗਵੰਤ ਮਾਨ ਨਾਲ ਵੀ ਹੋਈ ਸੀ, ਕੀ ਲੱਗਦਾ ਵੀ ਜਦੋਂ ਉਹ ਹੋਰ ਮੰਤਰੀਆਂ ਜਾਂ ਹੋਰ ਮੁੱਖ ਮੰਤਰੀਆਂ ਨਾਲੋਂ ਪਿਛਲਿਆਂ ਨਾਲੋਂ ਤੇ ਇਹਦੇ ਵਿੱਚ ਕੋਈ ਫਰਕ ਲੱਗਿਆ, ਕੋਈ ਨੇਕੀ ਦਾ, ਜਾਂ ਬਸ ਕੋਈ ਸੇਮ ਹੀ ਕੰਮ ਕਰ ਸੀ? ਦੇਖੋ, ਇੱਕ ਤਾਂ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਮੁੱਖ ਮੰਤਰੀ ਜਿਹੜੇ ਬਾਰ-ਬਾਰ ਆਉਂਦੇ ਸੀ, ਉਹ ਬਦਲ ਕੇ ਇੱਕ ਨਵਾਂ ਮੁੱਖ ਮੰਤਰੀ, ਨਵੀਂ ਪਾਰਟੀ ਹੋਣੀ ਚਾਹੀਦੀ ਹੈ। ਉਹਦਾ ਵੈਸੇ ਹੀ ਫਰਕ ਹੁੰਦਾ ਦੂਜਿਆਂ ਨਾਲੋਂ, ਕਿਉਂਕਿ ਉਹ ਨਵਾਂ ਆਇਆ, ਅਜੇ ਨਵਾਂ, ਉਹਦੇ ਬਾਰੇ ਉਹਦਾ ਇੱਧਰੋਂ ਗੱਲ ਕਰਨ ਵਾਲੀ ਜਿਹੜੀ ਧਿਰ ਹੁੰਦੀ ਹੈ, ਜਿਵੇਂ ਸਾਡੀ ਧਿਰ ਹੈ, ਉਹਦੇ 'ਚ ਨਫ਼ਰਤ ਨਹੀਂ ਹੁੰਦੀ, ਕਿਉਂਕਿ ਨਵਾਂ ਆਇਆ, ਕੁਛ ਦੇਖਿਆ ਨਹੀਂ ਹੁੰਦਾ। ਇਸ ਤਰ੍ਹਾਂ ਦਾ ਬਹੁਤਾ ਜਾਣਕਾਰੀ ਨਹੀਂ ਹੁੰਦੀ, ਕਿਉਂਕਿ ਉਹਦੇ ਕਿਹਾ ਵੀ ਤੂੰ ਤਾਂ ਯਾਰ ਪਹਿਲਾਂ ਵੀ ਆ ਕੇ ਗਿਆ, ਤੇਰਾ ਦੇਖਿਆ, ਉਹ ਦੇਖਿਆ ਪਰਖਿਆ ਨਹੀਂ, ਮਤਲਬ ਕਹਿਣ ਦਾ। ਇਸ ਕਰਕੇ ਉਹ ਨਵਾਂ ਹੈ। ਇਹ ਨਵਾਂ ਹੋਣ ਕਰਕੇ ਜਿਹੜੀ ਵੱਡੀ ਪੱਧਰ 'ਤੇ ਲੋਕਾਂ ਨੇ ਜਿਹੜਾ ਬਹੁਮਤ ਦਿੱਤਾ ਉਹਨੂੰ, ਉਹਨਾਂ ਦੀਆਂ ਭਾਵਨਾਵਾਂ ਨੂੰ ਲੋਕਾਂ ਦੇ ਦੇਖਦੇ ਨੇ, ਜਿਹੜੇ ਲੋਕਾਂ ਨੇ ਐਡੀ ਵੱਡੀ ਗਿਣਤੀ 'ਚ ਉਹਨਾਂ ਵੋਟਾਂ ਦੇ ਕੇ 92 ਸੀਟਾਂ ਦਿੱਤੀਆਂ ਨੇ, ਉਹਨਾਂ ਦੇ ਭਾਵਨਾ ਨੂੰ ਦੇਖ ਕੇ ਵੀ ਯਾਰ ਤੁਸੀਂ ਅਜੇ ਤਾਂ ਜਿਹੜਾ ਇੰਨਾ ਵੀ ਨਹੀਂ ਦੇਖਿਆ ਵੀ ਤੁਸੀਂ ਇਹ ਹੁਣ ਗਏ ਹੈ, ਉਹ ਮੌਕਾ ਤਾਂ ਅਸੀਂ ਦਿੱਤਾ ਉਹਨਾਂ ਨੂੰ ਵੀ ਤੁਸੀਂ ਭਾਈ ਠੀਕ ਹੈ ਸੰਭਲੋ, ਦੇਖਦੇ ਹਾਂ ਤੁਹਾਡਾ ਕੀ ਕਰਦੇ ਵੀ, ਉਹਨਾਂ ਚਿਰ ਤੱਕ ਤੁਸੀਂ ਕੀ ਕਰ ਰਹੇ ਹੋ, ਉਹਨਾਂ ਚਿਰ ਅਸੀਂ ਉਹ ਮੁੱਦੇ ਨੇ ਜਿਹੜੇ, ਜਿਵੇਂ ਸਾਡੀ ਬਿਜਲੀ ਦੀ ਸਪਲਾਈ ਹੈ, ਪਾਣੀ ਦੀ ਸਪਲਾਈ ਹੈ, ਜਾਂ ਕੋਈ ਇਹੋ ਜਿਹੇ ਹੋਰ ਫੌਰੀ ਇਸ਼ੂ ਨੇ, ਜਾਂ ਪੁਲਿਸ ਦੀ ਵਧੀਕੀ ਹੈ, ਜਾਂ ਪਿਛਲੀਆਂ ਐਗਰੀਮੈਂਟ ਸਰਕਾਰਾਂ ਦੇ ਕੀਤੇ ਲਾਗੂ ਨਹੀਂ ਹੁੰਦੇ, ਖੁਦਕੁਸ਼ੀਆਂ ਦੇ ਮਾਮਲੇ ਦੀ ਗੱਲ ਹੈਗੀ ਹੈ, ਨਰਮੇ ਦੇ ਮਾਮਲੇ ਦੀ ਗੱਲ ਹੈਗੀ ਆ, ਉਹ ਲੜਾਈ ਤਾਂ ਅਸੀਂ ਲੜ ਰਹੇ ਹਾਂ, ਅਤੇ ਅਜੇ ਅਸੀਂ ਉਹ ਦੇਖ ਰਹੇ ਹਾਂ ਦੂਜਾ ਕੀ ਕਰਦੇ ਨੇ। ਚਿੰਤਾ ਦਾ ਵਿਸ਼ਾ ਜੀ ਇੱਕ ਪੰਜਾਬ ਦਾ ਕਿਤੇ ਨਾ ਕਿਤੇ ਜਿਹੜਾ ਇਤਿਹਾਸ ਹੈ ਆਪਣਾ ਅਣਖ ਵਾਲਾ ਰਿਹਾ ਹੈ, ਪਰ ਮਾੜੇ ਹਕੂਮਤਾਂ ਕਰਕੇ ਜਿਹੜਾ ਕਹਿ ਲਈਏ ਖੁਦਕੁਸ਼ੀਆਂ ਦਾ ਦੌਰ ਬਹੁਤ ਜ਼ਿਆਦਾ ਚੱਲ ਰਿਹਾ ਜੀ। ਆਏ ਦਿਨ ਅਖਬਾਰ ਦੀਆਂ ਸੁਰਖੀਆਂ ਬਣੇ ਪਏ ਹੁੰਦੇ ਨੇ ਕਿਸਾਨ ਕਿ ਕਿਤੇ ਸਪਰੇਅ ਪੀ ਲਈ, ਆਰਥਿਕ ਤੰਗੀ ਤੋਂ ਚੱਲਦਿਆਂ ਕੁਛ ਕੁ ਹੁਣ ਕਣਕਾਂ ਦਾ ਝਾੜ ਘਟ ਗਿਆ। ਕੀ ਲੱਗਦਾ ਵੀ ਅਸਲ ਦੇ ਵਿੱਚ ਇੰਨੇ ਟਾਈਮ ਤੋਂ ਸਰਕਾਰਾਂ ਵੀ ਪੰਜਾਬ ਪੱਕੀ ਕਹਿਣ ਵਾਲੀਆਂ ਆ ਗਈਆਂ, ਜਥੇਬੰਦੀਆਂ ਵੀ ਨੇ ਚਲੋ ਸੰਘਰਸ਼ ਕਰ ਰਹੀਆਂ ਨੇ, ਇਹ ਰੁਕ ਕਿਉਂ ਨਹੀਂ ਰਿਹਾ, ਵਾਧਾ ਹੁੰਦਾ ਜਾ ਰਿਹਾ ਇਹ ਚੀਜ਼ਾਂ? ਦੇਖੋ, ਜਥੇਬੰਦੀਆਂ ਦੇ ਇਹ ਹੈਗਾ ਇਕੋਨਮੀ ਨਾਲ ਜੁੜਿਆ ਹੋਇਆ ਮਸਲਾ। ਇਕੋਨਮੀ ਨੇ ਖੁਦਕੁਸ਼ੀਆਂ ਰੋਕਣਾ ਹੈ। ਇਕੋਨਮੀ ਤਾਂ ਹਾਲਤ ਇਹੀ ਜਿਹੀ ਹੈ ਵੀ ਇਹਨਾਂ ਲੋਕਾਂ ਤੱਕ ਖੋਇਆ ਜਾ ਰਿਹਾ ਜੋ ਕੁਛ ਉਹਨਾਂ ਕੋਲ ਪਹਿਲਾਂ ਹੈਗਾ। ਜਿਹੜੀਆਂ ਨਵੀਆਂ ਪਾਲਿਸੀਆਂ ਨੀਤੀਆਂ ਆ ਰਹੀਆਂ ਨੇ, ਉਹ ਪਾਲਿਸੀਆਂ ਤਾਂ ਲੋਕਾਂ ਤੋਂ ਖੋਹਦੀਆਂ ਨੇ। ਹੁਣ ਤੁਸੀਂ ਦੇਖੋ, DAP ਦਾ ਰੇਟ 12.5% ਵਧਾ ਦਿੱਤਾ, ਬਿਲਕੁਲ, ਅਤੇ ਤੂੜੀ ਤੋਂ ਕੰਟਰੋਲ ਚੱਕਤਾ। ਤੂੜੀ ਨੂੰ ਫੈਕਟਰੀਆਂ ਦੇ ਵਿੱਚ ਲੈ ਕੇ ਜਾ ਰਹੇ ਨੇ, ਤੂੜੀ ਫੈਕਟਰੀਆਂ ਜਮ੍ਹਾਂ ਕਰ ਰਹੀਆਂ ਨੇ। ਇਹ ਪਸ਼ੂਆਂ ਦਾ ਚਾਰਾ
ਲੋਕ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਪਹੁੰਚ ਤੋਂ ਖਰੀਦ ਤੋਂ ਬਾਹਰ ਹੋਈ ਜਾਂਦਾ। ਬਿਲਕੁਲ ਮਜ਼ਦੂਰਾਂ ਕੋਲੇ ਮਜ਼ਦੂਰਾਂ ਨੂੰ ਤੂੜੀ ਮਿਲੀ ਨਹੀਂ, 4-4 5 4.5 ਹਜ਼ਾਰ ਨੂੰ ਟਰਾਲੀ ਹੋਣੀ ਹੈ ਜੇ ਗਾਹਾਂ ਲੋਕਾਂ ਉਹ ਸਾਲ ਭਰ ਕਿਵੇਂ ਗੁਜ਼ਾਰਾ ਕਰਨਗੇ। ਜਾਣੀ ਤੰਗੀ ਹੈ ਜਿਹੜੀ। ਦੂਜਾ ਜਿਹੜਾ ਸਮਾਨ ਹੈ, ਤੇਲ ਦੀਆਂ ਕੀਮਤਾਂ ਸਿਖਰ 'ਤੇ, ਗੈਸਾਂ ਦੀਆਂ ਕੀਮਤਾਂ ਸਿਖਰ 'ਤੇ, ਪੜ੍ਹਾਈ ਸਿਖਰ 'ਤੇ, ਜਾਣੀ ਰੁਜ਼ਗਾਰ ਵਾਲੇ ਰਸਤੇ ਬੰਦ ਕਰੀ ਜਾਂਦੇ ਨੇ। ਆਮਦਨ ਕੋਈ ਹੈ ਨਹੀਂ, ਜਾਂ ਕਣਕ ਦਾ ਝਾੜ ਘਟ ਗਿਆ ਤੇ ਕਣਕ ਦੀਆਂ ਕੀਮਤਾਂ ਵੀ ਉੱਚੀਆਂ ਹੋਣਗੀਆਂ। ਯਾਨੀ ਜਿਹੜੀਆਂ ਲੋੜੀ ਦੀਆਂ ਚੀਜ਼ਾਂ ਨੇ ਉਹ ਮਹਿੰਗੀਆਂ ਹੋ ਜਾਂਦੀਆਂ ਨੇ। ਰੁਜ਼ਗਾਰ ਕੋਈ ਹੈ ਨਹੀਂ, ਆਮਦਨੀ ਘਟੀ ਜਾਂਦੀ ਦਿਨ ਪਰ ਦਿਨ। ਜਿਹੜੀ ਉਹ ਘਟਦੀ ਆ ਉਹਦੇ ਨਾਲ ਜਿਹੜੀ ਆਮਦਨ ਹੁੰਦੀ ਉਹਦੇ ਨਾਲ ਘਰ ਦੀਆਂ ਲੋੜਾਂ ਨਹੀਂ ਪੂਰੀਆਂ ਹੁੰਦੀਆਂ। ਇਸ ਕਰਕੇ ਆਰਥਿਕ ਤੰਗੀਆਂ ਵਧਣ ਕਰਕੇ ਖੁਦਕੁਸ਼ੀਆਂ ਵੱਧ। ਪਿੱਛੇ ਜੇ ਇੱਕ ਤਾਜ਼ਾ ਬਿਆਨ ਆਇਆ ਜੀ ਰਾਜੇਵਾਲ ਜੀ ਦਾ ਕਿ 1 ਕਰੋੜ ਮੁਆਵਜ਼ੇ ਚਾਹੀਦੇ ਜਿਹੜੇ ਖੁਦਕੁਸ਼ੀ ਵਾਲੇ ਪਰਿਵਾਰ ਜਿਹੜੇ ਕਰਦੇ ਨੇ। ਕੀ ਲੱਗਦਾ ਵੀ ਤੁਸੀਂ ਇਹ ਬਿਆਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਬਿਆਨ ਤਾਂ ਸੁਖਬੀਰ ਕੋਈ ਵੀ ਦੇ ਸਕਦਾ ਹੈ, ਬਿਆਨ ਤੇ ਤਾਂ ਫਿਰ ਹੋ ਨਹੀਂ। ਵੀ ਰਾਜੇਵਾਲ ਸਾਹਿਬ ਨੂੰ ਪੁੱਛੋ ਵੀ ਤੁਸੀਂ ਖੁਦਕੁਸ਼ੀ ਵਾਸਤੇ ਕਿਹੜਾ ਅੰਦੋਲਨ ਕੀਤਾ, ਦੱਸਿਓ। ਜਦ ਤੁਸੀਂ ਕੋਈ ਪਰਿਵਾਰ ਖੁਦਕੁਸ਼ੀ ਕਰ ਗਿਆ ਹੋਵੇ, ਤੁਸੀਂ ਉਹਨੂੰ ਕਦੇ ਮਾਮਜਾ ਦਵਾਇਆ ਹੋਵੇ ਲੜ ਕੇ। ਅਸੀਂ ਇਕੱਠੀਆਂ ਹੁੰਦੀਆਂ ਸਾਡੀਆਂ ਜਥੇਬੰਦੀਆਂ, ਮਾਈਸਰਕਾ ਨੇ ਲਾਠੀ ਚਾਰਜ ਹੋਇਆ ਸਾਡੇ, ਖੁਦਕੁਸ਼ੀ ਮਾਮਜਾ ਲੈਣ ਦੀ ਖਾਤਰ ਹੋਇਆ। ਆੜਤੀ ਦਾ ਸਤਾਇਆ ਹੋਇਆ ਬੰਦਾ ਖੁਦਕੁਸ਼ੀ ਕਰ ਗਿਆ, ਉਹਦੇ ਮਾਮਜਾ ਲੈਣ ਦੀ ਖਾਤਰ ਸਾਡੇ ਮਾਈਸਰਖਾਨੇ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਲਾਠੀ ਚਾਰਜ ਹੋਇਆ। ਅਸੀਂ ਉਦੋਂ ਇਕੱਠੇ ਹੁੰਦੇ ਸੀ ਸਿੱਧੂਪੁਰ ਜਥੇਬੰਦੀ 'ਚ। ਇਸ ਤਰ੍ਹਾਂ ਦੇ ਅਸੀਂ ਬਠਿੰਡੇ ਦੇ ਵਿੱਚ 2014 ਦੇ ਵਿੱਚ ਸੈਕਟਰੀਏਟ ਘੇਰਿਆ ਜੀ। 96 ਕਰੋੜ ਰੁਪਇਆ ਖੁਦਕੁਸ਼ੀਆਂ ਦਾ ਮਾਮਜਾ, 2 ਲੱਖ ਰੁਪਇਆ ਦਵਾਇਆ। ਦੱਸਣ ਤਾਂ ਸਹੀ ਰਾਜੇਵਾਲ ਸਾਹਿਬ ਕਿਹੜਾ ਅੰਦੋਲਨ ਲੜਿਆ ਉਹਨਾਂ ਨੇ ਖੁਦਕੁਸ਼ੀਆਂ ਦਾ। ਬਿਆਨ ਦੇਣ ਨਾਲ ਤਾਂ ਕਰੋੜ ਰੁਪਇਆ ਨਹੀਂ ਮਿਲਦਾ। ਬਿਲਕੁਲ ਸਰਕਾਰ ਦੀਆਂ ਜਿਹੜੀਆਂ ਐਲਾਨ ਹੋਈਆਂ ਰਕਮਾਂ ਨੇ ਉਹੀ ਦਵਾ ਦਿਓ, ਬਹੁਤ ਨੇ, ਇਹੀ ਬੜੀਆਂ ਨੇ, ਉਹ 'ਚ ਵਾਧਾ ਕਰਵਾ ਦਿਓ। ਇਸ ਕਰਕੇ ਕਹਿਣਾ ਅਤੇ ਕਰਨਾ ਉਹ ਤਾਂ ਹੁਣ ਜ਼ਿੰਮੇਵਾਰ ਬੰਦੇ ਨੇ। ਮੁੱਖ ਮੰਤਰੀ ਦਾ ਉਮੀਦਵਾਰ ਸੀ ਰਾਜੇਵਾਲ ਸਾਹਿਬ ਤੋਂ, ਜੇ ਆਪ 'ਚ ਹੁੰਦਾ ਸ਼ਾਇਦ ਮੁੱਖ ਮੰਤਰੀ ਵੀ ਹੁੰਦਾ। ਅਤੇ ਬਿਆਨ ਦੇਣ ਤੋਂ ਪਹਿਲਾਂ ਥੋੜ੍ਹਾ ਸੋਚਣਾ ਚਾਹੀਦਾ ਵੀ ਪੰਜਾਬ ਦੇ 3 ਲੱਖ ਕਰੋੜ ਕਰਜ਼ਾ। ਪ੍ਰਧਾਨ ਜੀ, ਹੁਣ ਅੱਗੇ ਜਿਹੜੀ ਤੁਸੀਂ ਆਪਣਾ ਜਿਹੜਾ ਇੱਕ ਖਰੜਾ ਤਿਆਰ ਕਰਕੇ ਜਾਣਾ ਖੇਤੀ ਮਾਡਲ ਦਾ, ਕਹਿ ਲਈਏ ਕਿ ਪੰਜਾਬ ਦਾ ਜਿਹੜਾ ਕਿਸਾਨ ਹੈ, ਕਿਉਂਕਿ ਆਉਣ ਵਾਲੇ ਟਾਈਮ 'ਚ ਪਾਣੀ ਵੀ ਹੇਠਲੇ ਪੱਧਰ 'ਤੇ ਜਾ ਰਿਹਾ। ਕੁਝ ਕੁ ਚਿੰਤਕਾਂ ਮੁਤਾਬਕ ਕਹਿ ਰਹੇ ਕਿ 2027 ਤੱਕ ਪਾਣੀ ਦੀ ਬਹੁਤ ਜ਼ਿਆਦਾ ਤੰਗੀ ਆ ਜਾਣੀ ਹੈ। ਮਾਹੌਲ ਕਿਉਂਕਿ ਆਪਣੇ ਕੁਝ ਕੁ ਆਪਣੇ ਦੇਖਦੀ ਚੀਜ਼ਾਂ ਜਾ ਰਹੀਆਂ ਨੇ। ਤੁਸੀਂ ਤਾਂ ਉਹ ਪਾਣੀ ਵੀ ਉੱਪਰ ਦੇਖਿਆ ਹੋਇਆ ਜਿਹੜਾ ਅੱਜ 100-150 ਫੁੱਟ ਤੱਕ ਜਾ ਰਿਹਾ ਹੈ। ਕੀ ਲੱਗਦਾ ਵੀ ਜਿਹੜਾ ਤੁਸੀਂ ਖੇਤੀ ਮਾਡਲ ਤਿਆਰ ਕਰਾ ਕੇ ਜਾ ਰਹੇ ਹੋ ਸਰਕਾਰ ਕੋਲ ਲਿਜਾਣਾ ਹੈ, ਕੀ ਚੀਜ਼ਾਂ ਨੇ ਉਹਦੇ ਵਿੱਚ ਮੇਨ ਜਾਂ ਕਿਵੇਂ ਖੇਤੀ ਬਚ ਸਕਦੀ ਹੈ? ਦੇਖੋ ਸੁਖਬੀਰ, ਮੈਨੂੰ ਇਹ ਲੱਗੀ ਜਾਂਦਾ ਹੈ ਵੀ ਭਗਵੰਤ ਮਾਨ ਦੀ ਜਿਹੜੀ ਸਰਕਾਰ ਆਈ ਹੋਈ ਹੈ ਇੱਥੇ, ਉਹ ਕਰਨਾ ਚਾਹੁੰਦੀ ਹੈ, ਕੁਛ ਕਰਨ ਦੀ ਇੱਛਕ ਹੈ, ਪਰ ਉਹਨੂੰ ਸਿਰਾ ਨਹੀਂ ਲੱਭ ਰਿਹਾ ਵੀ ਕਿਹੜੇ ਪਾਸੋਂ ਸ਼ੁਰੂ ਕਰੀਏ ਕੰਮ। ਵੱਡੇ ਇਸ਼ੂਆਂ ਨੂੰ ਹੱਥ ਪਾਈ ਜਾਂਦੇ ਨੇ, ਬਹੁਤ ਵੱਡੇ ਇਸ਼ੂ ਨੇ। ਡਿਵਰਸੀਫਿਕੇਸ਼ਨ ਦਾ ਇਸ਼ੂ ਇਕੋਨਮੀ ਨਾਲ ਜੁੜਿਆ ਹੋਇਆ, ਬਿਲਕੁਲ। ਰੁਜ਼ਗਾਰ ਦਾ ਇਸ਼ੂ ਇਕੋਨਮੀ ਨਾਲ ਜੁੜਿਆ ਹੋਇਆ। ਤੇ ਰੁਜ਼ਗਾਰ ਦਾ ਬਿਆਨ ਪਹਿਲੇ ਦਿਨ ਤੇ ਲਵਾਤਾ ਵੀ 35,000 ਨੂੰ ਰੁਜ਼ਗਾਰ ਦੇਵਾਂਗੇ, ਬਿਲਕੁਲ। ਬੇਰੁਜ਼ਗਾਰੀ ਵਾਲਾ ਬਹੁਤ ਵੱਡਾ ਇਸ਼ੂ ਹੈ। ਡਿਵਰਸੀਫਿਕੇਸ਼ਨ ਦਾ ਇਸ਼ੂ ਵੀ ਐਡਾ ਹੀ ਵੱਡਾ ਹੈ। ਡਿਵਰਸੀਫਿਕੇਸ਼ਨ ਦਾ ਮਤਲਬ ਕਿਸੇ ਪਾਸੋਂ ਐਗਰੀਕਲਚਰ ਦੀ ਦਿਸ਼ਾ ਤਬਦੀਲ ਕਰਨੀ। ਦਿਸ਼ਾ ਤਬਦੀਲ ਕਰਨ 'ਤੇ ਬਹੁਤ ਜ਼ੋਰ ਲੱਗਦਾ ਹੈ, ਬਿਲਕੁਲ। ਜਿਵੇਂ ਹੁਣ ਪਹਿਲਾਂ ਦਿਸ਼ਾ ਤਬਦੀਲ ਕੀਤੀ ਨੇ, ਆਪਾਂ ਹਲਾਂ ਦੀ ਖੇਤੀ ਕਰਦੇ ਹੁੰਦੇ, ਆਪਣੇ ਆਪ ਨਹੀਂ ਆਪਾਂ ਟਰੈਕਟਰਾਂ ਦੀ ਖੇਤੀ ਕਰਨ ਲੱਗੇ। ਆਪਣੀ ਦਿਸ਼ਾ ਤਬਦੀਲ ਕਰਨ ਵਾਸਤੇ ਉਹਨਾਂ ਨੇ ਬਹੁਤ ਜ਼ੋਰ ਲਾਇਆ, ਬਹੁਤ ਪੈਸਾ ਲਾਇਆ, ਖਾਦਾਂ ਫਰੀ ਦਿੱਤੀਆਂ, ਕਨੈਕਸ਼ਨ ਫਰੀ ਦਿੱਤੇ, ਕਰਜ਼ਾ ਕਹਿਤਾ ਵੀ ਛੇਤੀ ਲੈ ਲਓ, ਟਰੈਕਟਰ ਕੱਢਦੇ, ਬੈਂਕਾਂ ਦੇ ਮੂੰਹ ਖੋਲ੍ਹਤੇ, ਆੜਤੀਆਂ ਦੀਆਂ ਲਿਮਟਾਂ ਵਧਾਤੀਆਂ, ਉਹਨਾਂ ਨੂੰ ਕਰਜ਼ੇ ਦੇਣ ਦੇ ਮੂੰਹ ਖੋਲ੍ਹਤੇ। ਜਾਨੀ ਆਪਦਾ ਮਾਲ ਵੇਚਣ ਦੀ ਖਾਤਰ, ਆਪਦੀ ਪਾਲਿਸੀ ਲਾਗੂ ਕਰਨ ਦੀ ਖਾਤਰ ਉਹਨਾਂ ਨੇ ਇਕੋਨਮੀ ਦੀ ਬੇਹੱਦ ਵਰਤੋਂ ਕੀਤੀ। ਤੇ ਇੱਧਰ ਵੀ ਜੇ ਇਕੋਨਮੀ ਦੀ ਵਰਤੋਂ ਦੀ ਡਿਵਰਸੀਫਿਕੇਸ਼ਨ ਹੋ ਜੂ, ਜੇ ਐਗਰੀਕਲਚਰ ਦੀ ਦਿਸ਼ਾ ਤਬਦੀਲ ਕਰਨੀ ਹੈ, ਮੋੜਾ ਦੇਣਾ, ਝੋਨੇ ਕਣਕ ਦੇ ਚੱਕਰ 'ਚੋਂ ਕੱਢਣਾ, ਤਾਂ ਇਕੋਨਮੀ ਦੀ ਲੋੜ ਪਊ। ਇਕੋਨਮੀ ਲੈ ਆਉਣਾ, ਪੈਸਾ ਲੈ ਆਉਣਾ, ਲੋਕ ਤਾਂ ਅੱਜ ਬਦਲ ਜਾਣਗੇ ਬਾਈ। ਜਿਵੇਂ ਹੁਣ ਆਪਣੇ ਪਿੱਛੇ ਇੱਕ ਨਰਿੰਦਰ ਤੋਮਰ ਜੀ ਦਾ ਬਿਆਨ ਆਇਆ ਰਸਾਇਣਕ ਕਿ ਪੰਜਾਬ ਨੂੰ, ਤੁਸੀਂ ਉਹ ਚੀਜ਼ ਦਾ ਕੀ ਉਹਨੂੰ ਤੋਮਰ ਦੇ ਦੇਖੋ, ਤੋਮਰ ਦੇ ਬਿਆਨਾਂ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੁੰਦਾ। ਅਸੀਂ ਤਾਂ ਸਟੇਟਮੈਂਟ ਲਵਾ ਕੇ ਉਹਦਾ ਵਿਰੋਧ ਵੀ ਕੀਤਾ ਵੀ ਉਹਨਾਂ ਨੂੰ ਇਹ ਪਹਿਲਾਂ ਇਹ ਪੁੱਛੀਏ ਜੀ ਉਹਨੂੰ, ਜਿਵੇਂ ਡਿਵਰਸੀਫਿਕੇਸ਼ਨ ਦੇ ਸਵਾਲ ਨਾਲ ਸਵਾਲ ਜੁੜਦਾ ਜਵਾਬ ਹੈਗਾ। ਰਸਾਇਣਕਾਂ ਲਿਆਂਦੀਆਂ ਕਿਹਨੇ ਨੇ? ਅਸੀਂ ਮੰਗਾਈਆਂ ਸੀ, ਆਈਆਂ ਕਿੱਥੋਂ ਨੇ? ਕਾਰਪੋਰੇਟਾਂ ਦਾ ਸਮਾਨ ਹੈ ਇਹ, ਉਹਨਾਂ ਨੇ ਇਹ ਲਿਆਂਦਾ। ਉਹਨਾਂ ਨੇ, ਤੁਸੀਂ ਸਾਨੂੰ ਦੋਸ਼ ਦੇਈ ਜਾਂਦੇ, ਤੁਸੀਂ ਪਾਣੀ ਮੁਕਾਤਾ,
ਤੁਸੀਂ ਪਾਣੀ ਜ਼ਹਿਰੀਲਾ ਕਰਤਾ, ਤੁਸੀਂ ਰਸਾਇਣ ਖਾਦਾਂ ਜ਼ਿਆਦਾ ਵਰਤਦੇ ਹੋ, ਬਿਲਕੁਲ ਤੁਸੀਂ ਹੁਣ ਦੂਜੇ ਪਾਸੇ ਦੂਜੀਆਂ ਗੰਡੋਏ ਦੀ ਖਾਦ ਵਰਤੋ, ਫਲਾਣਾ ਵਰਤੋ, ਇੱਧਰਲੇ ਪਾਸੇ ਆ ਜਾਓ। ਇਹ ਸਾਰੀਆਂ ਫੋਰਡ ਫਾਊਂਡੇਸ਼ਨ ਦੇ ਚੇਅਰਮੈਨ ਸਵਾਮੀਨਾਥਨ ਜੀ ਬੈਠੇ ਆ, ਉਹਨਾਂ ਦੀਆਂ ਸਕੀਮਾਂ ਲਿਆਂਦੀਆਂ ਹੋਈਆਂ ਨੇ। ਹੁਣ ਤੁਸੀਂ ਤੁਹਾਡਾ ਮਤਲਬ ਪੂਰਾ ਹੋ ਗਿਆ, ਹੁਣ ਤੁਸੀਂ ਲੋਕਾਂ ਨੂੰ ਨਿੰਦਣ ਲੱਗ ਗਏ, ਬਿਲਕੁਲ ਇਹੋ ਜਿਹੇ ਬਿਆਨ ਦੇਣ ਲੱਗੇ, ਗੈਰ ਜ਼ਿੰਮੇਵਾਰ ਬਿਆਨ। ਤੁਹਾਡੀਆਂ ਆਪਦੀਆਂ ਲਿਆਂਦੀਆਂ ਹੋਈਆਂ ਸਾਰੀਆਂ ਪਾਲਿਸੀਆਂ ਨੇ ਜਿਹੜੀਆਂ ਲੋਕਾਂ ਨੇ ਤੁਹਾਡੇ ਕਹਿਣ 'ਤੇ ਅਡੋਪਟ ਕੀਤੀਆਂ ਨੇ। ਉਹਨਾਂ ਨੇ ਜਦੋਂ ਹੁਣ ਸਮਾਜ ਦਾ ਨੁਕਸਾਨ ਕਰਤਾ, ਤੁਹਾਡੀ ਲੋੜ ਪੂਰੀ ਹੋ ਗਈ ਅਤੇ ਸਮਾਜ ਨੂੰ ਤੁਸੀਂ ਟੋਬੇ 'ਚ ਖੂਹ 'ਚ ਡੇਗਤਾ। ਹੁਣ ਉਹਨੂੰ ਕੱਢਣ ਵਾਸਤੇ ਉਲਟੇ ਸਿੱਧੇ ਤੁਹਾਡੇ ਰੋਜ਼ ਬਿਆਨ ਆਈ ਜਾਂਦੇ ਨੇ। ਪਹਿਲਾਂ ਸਭ ਕੁਛ ਤੁਸੀਂ ਜਦੋਂ ਆਪਣਾ ਪੰਜਾਬ ਦਾ ਮੋਰਚਾ ਲੱਗਿਆ ਹੋਇਆ ਸੀ, ਦਿੱਲੀ ਕਹਿ ਲਈਏ, ਸਾਰੀਆਂ ਜਥੇਬੰਦੀਆਂ ਇਕੱਠੀਆਂ ਸੀ। ਹੁਣ ਅਸਲ ਦੇ ਵਿੱਚ ਇਹ ਕੀ ਹੋਇਆ, ਕਿਤੇ ਨਾ ਕਿਤੇ ਸਰਕਾਰ ਦੀ ਇੱਦਾਂ ਦੀ ਪਾਲਿਸੀ ਤਾਂ ਨਹੀਂ, ਤੁਹਾਨੂੰ ਆਪਸ ਦੇ ਵਿੱਚ ਨਿਖੇੜਨ ਵਾਸਤੇ ਕੁਝ ਕੁ ਜਥੇਬੰਦੀਆਂ ਨਾਲ ਮੀਟਿੰਗ ਕਰ ਲਈ, ਰੁੱਦੂ ਜੀ ਬਿਆਨ ਦੇ ਰਹੇ ਨੇ ਕਿ ਉਹ ਤਾਂ ਜਥੇਬੰਦੀ ਨਹੀਂ ਹੈਗੀਆਂ, ਕੁਛ ਆਪਣੇ ਵੱਲੋਂ ਰਾਜੇਵਾਲ ਜੀ ਨਹੀਂ ਹੈਗੇ। ਕੀ ਲੱਗਦਾ ਅਸਲ ਦੇ ਵਿੱਚ ਤੁਸੀਂ ਇਹ ਚੀਜ਼ ਦਾ ਕਿਵੇਂ ਦੇਖਦੇ ਹੋ ਕਿ ਹੋਸ ਆਉਣ ਵਾਲੇ ਟਾਈਮ 'ਚ ਸਿਰ ਜੋੜੋਗੇ ਇਕੱਠੇ ਤੁਸੀਂ? ਜਾਂ ਦੇਖੋ, ਕੁਛ ਜਥੇਬੰਦੀਆਂ ਨੇ ਜਿਹੜੀਆਂ ਉਹ ਜਿਹੜਾ ਆਪਾ ਚਮਕਾਉਣ ਦੀ ਖਾਤਰ, ਆਪਦਾ ਚਮਕਾਉਣ ਦੀ ਖਾਤਰ ਜਾਂ ਆਪਦੇ ਆਪ ਨੂੰ ਉੱਚਾ ਦਿਖਾਉਣ ਦੀ ਖਾਤਰ ਮੋਰਚੇ ਦੇ ਵਿੱਚ ਲਹਿਰ ਦਾ ਫਾਇਦਾ ਨਹੀਂ ਦੇਖ ਰਹੀਆਂ। ਉਹ ਜੇ ਹੁਣ ਫਰਜ਼ ਕਰ ਲਓ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਨੇ, ਤਾਂ ਇਹ ਤਾਂ ਨਹੀਂ ਹੈਗਾ ਵੀ ਇੱਕ ਦੂਜੇ 'ਚ ਜਥੇਬੰਦੀ ਮਰਜ ਹੋ ਜੂਗੀ। ਜਿਹੜੀਆਂ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਤੋਂ ਨਾਤਾ ਤੋੜਿਆ ਜੀ, ਉਹ ਜਥੇਬੰਦੀਆਂ ਜੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣ ਜਾਂਦੀਆਂ ਨੇ ਤਾਂ ਮਾੜਾ ਕੀ ਹੈ। ਬਿਲਕੁਲ ਜਿਹੜੀਆਂ ਜਥੇਬੰਦੀਆਂ ਨੇ ਜੀ, ਰਾਜੇਵਾਲ ਹੋਰੀ ਨੇ, ਚੰਡੂਨੀ ਹੈ, ਚੱਲ ਚੰਡੂਨੀ ਦਾ ਤਾਂ ਹੈ ਨਹੀਂ, ਉੱਧਰ ਦੂਜਾ ਪਾਰਟੀ ਬਣਾਈ ਹੋਈ ਹਰਿਆਣੇ 'ਚ, ਉਹਨਾਂ ਨੇ ਸੰਯੁਕਤ ਸਮਾਜ ਮੋਰਚਾ ਬਣਾਇਆ, ਭੰਗ ਕਰਕੇ ਜੇ ਸੰਯੁਕਤ ਮੋਰਚੇ 'ਚ ਆ ਜਾਂਦੇ ਨੇ, ਮਾੜਾ ਕੀ ਹੈ। ਬਿਲਕੁਲ ਬਹੁਤ ਸਾਰੇ ਲੋਕ ਚੋਣਾਂ ਲੜਨਾ ਕੋਈ ਗੁਨਾਹ ਤਾਂ ਨਹੀਂ, ਜਿਹਨੇ ਚੋਣ ਲੜਨੀ ਐ ਤਾਂ ਨਹੀਂ ਵੀ ਉਹ ਪਿੱਟਿਆ ਗਿਆ। ਬਿਲਕੁਲ ਇਸ ਕਰਕੇ ਉਹ ਜੇ ਆਪਣੀ ਕਿਸੇ ਗਲਤੀ, ਆਪਣੀ ਭੁੱਲ ਨੂੰ ਮੰਨ ਕੇ ਵੀ ਇਹ ਸਭ ਤੋਂ ਗਲਤ ਹੋ ਗਿਆ, ਉਹ ਆਪਣਾ ਫੈਸਲਾ ਵਾਪਸ ਲੈ ਕੇ ਮੋਰਚੇ ਦੇ ਵਿੱਚ, ਮੋਰਚੇ ਦਾ ਘੇਰਾ ਤਾਂ ਵਿਸ਼ਾਲ ਹੋਣਾ ਚਾਹੀਦਾ। ਮੋਰਚੇ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਆਉਣਾ ਚਾਹੀਦਾ। ਜਿਹੜੀਆਂ ਜਥੇਬੰਦੀਆਂ ਮੋਰਚੇ 'ਚ ਆਉਣਾ ਚਾਹੁੰਦੀਆਂ ਨੇ ਉਹ ਆਉਣ, ਮੋਰਚੇ ਨਾਲ ਪੋਜ਼ੀਟਿਵ ਤਰੀਕੇ ਨਾਲ ਆਉਣ, ਆਪਦਾ ਘੇਰਾ ਖੁੱਲ੍ਹਾ ਰੱਖਣਾ ਚਾਹੀਦਾ। ਸਾਡੇ ਜੇ ਵਿਰੋਧੀ ਵਿਚਾਰਾਂ ਦੀਆਂ ਜਥੇਬੰਦੀਆਂ ਵੀ ਆ ਕੇ ਵਿੱਚ ਮੋਰਚੇ 'ਚ ਬਹਿੰਦੀਆਂ ਨੇ, ਸਾਨੂੰ ਇਤਰਾਜ਼ ਕੀ ਹੈ? ਹਾਂ ਬਿਲਕੁਲ, ਸਾਡੀ ਮੁੱਦੇ ਤੇ ਸਾਂਝ ਹੈ, ਮਿਨੀਮਮ ਸਾਂਝ ਹੈ, ਤਾਲਮੇਲ ਮਾਹਦਾਰ ਹੈ ਇਹ। ਜਦੋਂ ਮਰਜ਼ੀ ਕੋਈ ਜਥੇਬੰਦੀ ਅੱਡ ਹੋ ਕੇ ਆਪਦੀ ਸਮਝ ਮੁਤਾਬਕ ਆਪਦੇ ਜਿਹੜਾ ਫਿੱਟ ਲੱਗਦਾ ਪ੍ਰੋਗਰਾਮ ਉਹ ਕਰ ਲਵੇ। ਅਸੀਂ ਗੁਲਾਮ ਤਾਂ ਨਹੀਂ ਇੱਕ ਦੂਜੇ ਦੇ ਬਣਦੇ, ਅਸੀਂ ਮਿਨੀਮਮ ਪ੍ਰੋਗਰਾਮ 'ਤੇ ਜਦੋਂ ਇਕੱਠੇ ਹੁੰਦੇ ਹਾਂ, ਸਾਨੂੰ ਹਿੰਦੁਸਤਾਨ ਪੱਧਰ 'ਤੇ ਪਹਿਲਾਂ ਅਸੀਂ ਇਕੱਠੇ ਹੋਏ ਹਾਂ, ਉਹਦੇ ਪੋਜ਼ੀਟਿਵ ਸਿੱਟੇ ਨਿਕਲੇ ਨੇ। ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ। ਸਾਡੀਆਂ ਇਹ ਕੋਸ਼ਿਸ਼ਾਂ ਨੇ, ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਮੋਰਚੇ 'ਤੇ, ਇੱਕ ਮੰਚ 'ਤੇ ਫਿਰ ਲੈ ਕੇ ਆਵਾਂਗੇ, ਕਿਉਂਕਿ ਕੇਂਦਰ ਸਰਕਾਰ ਤਾਂ ਫਿਰ ਵੀ ਉਹ ਅਗਲੇ ਹੱਲੇ 'ਤੇ ਤਿਆਰ ਹੈ। 12.5% ਦੇ DAP ਦੇ ਰੇਟ 'ਤੇ ਵਾਧਾ ਕਰਤਾ। ਬਿਲਕੁਲ, ਅਤੇ ਜਿੰਨੇ ਪਬਲਿਕ ਅਦਾਰੇ ਨੇ ਸਾਰੇ ਵੇਚਣ ਤੁਰੀ ਹੋਈ ਹੈ, ਬਹੁਤ ਕਾਹਲੀ ਹੈ, ਤੇਜ਼ੀ ਨਾਲ। ਅਤੇ ਕਾਨੂੰਨ ਵੀ ਵਾਪਸ ਲੈ ਕੇ ਆਉਣ ਦੀ ਇਹਨਾਂ ਦੀ ਚਰਚਾ ਚੱਲ ਰਹੀ ਹੈ ਵੀ ਅਸੀਂ ਦੁਬਾਰੇ ਲੈ ਕੇ ਆਵਾਂਗੇ। ਬਿਜਲੀ ਬਿੱਲ 2020 ਐਸੀ ਸੰਸਦ ਦੇ ਵਿੱਚ ਇਹਨਾਂ ਨੇ ਲਾਗੂ ਕਰਨ ਦਾ ਫੈਸਲਾ ਕੀਤਾ ਹੋਇਆ। ਅਤੇ ਜਿਹਨੇ ਪੰਜਾਬ ਦੇ ਦੂਜੀਆਂ ਸਟੇਟਾਂ ਦੇ ਅਧਿਕਾਰ ਨੇ, ਜਿਵੇਂ ਡੈਮਾਂ 'ਤੇ ਕਬਜ਼ਾ, ਚੰਡੀਗੜ੍ਹ ਦੇ ਉੱਤੇ ਆਪਦਾ ਕਬਜ਼ਾ ਜਮਾਉਣ ਦੀ ਖਾਤਰ, ਜਿਹੜੀਆਂ ਨੀਤੀਆਂ ਪਾਲਿਸੀਆਂ ਨੇ ਉਹ ਲੋਕਾਂ ਨੂੰ ਮਾਰਨ ਵਾਸਤੇ ਬਹੁਤ ਖਤਰਨਾਕ ਆ ਰਹੀਆਂ ਨੇ। ਇਸ ਕਰਕੇ ਸਾਡੇ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਮੰਚ ਸਾਂਝਾ ਕਰਨਾ ਚਾਹੀਦਾ। ਜਿਹੜੇ ਮਾੜੇ ਮੋਟੇ ਵਖਰੇਵੇਂ ਫਰਕ ਰਹਿ ਗਏ ਨੇ ਉਹ ਕੱਢ ਲੈਣੇ ਚਾਹੀਦੇ ਨੇ। ਇਹ ਬਹੁਤ ਵੱਡੀ ਗੱਲ ਨਹੀਂ, ਛੇਤੀ ਹੋ ਜੂਗਾ। ਅਤੇ ਉਗਰਾਹ ਸਾਹਿਬ ਇੱਕ ਗੱਲ ਹੋਰ ਵੀ ਸੀ, ਕਾਫੀ ਤੁਹਾਡੇ ਜਿਹੜੇ ਬਿਆਨ ਹੁੰਦੇ ਨੇ, ਬੇਬਾਕ ਬਿਆਨ ਹੁੰਦੇ ਨੇ, ਤੁਸੀਂ ਆਪਣੀ ਮਰਜ਼ੀ ਨਾਲ ਬਿਆਨ ਦਿੰਦੇ ਹੋ। ਕੁਛ ਕੁ ਲੋਕ ਜਦੋਂ ਕਿਸੇ ਨਾ ਕਿਤੇ ਮਿਲਦੇ ਆ, ਗੱਲਬਾਤ ਕਹਿੰਦੇ ਨੇ ਕਿ ਉਗਰਾਹ ਸਾਹਿਬ ਠੀਕ ਹੈ ਜੀ, ਵਿਕਦੇ ਨਹੀਂ ਹੈਗੇ, ਸੱਚਾਈ ਨੇ, ਬੇਡੋਲ ਨੇ, ਪਰ ਤੁਹਾਨੂੰ ਇੱਦਾਂ ਕਿਉਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਕਿ ਤੁਸੀਂ ਸਿੱਖੀ ਦੇ ਖਿਲਾਫ ਹੋ, ਤੁਸੀਂ ਸਿੱਖੀ ਨਾਲ ਨਫ਼ਰਤ ਕਰਦੇ ਹੋ? ਇਹ ਕਿਉਂ ਅਸਲ ਦੇ ਵਿੱਚ ਇਹ ਕੌਣ ਲੋਕ ਕਰ ਰਹੇ ਨੇ? ਦੇਖੋ, ਸਿੱਖੀ ਦੇ ਨਾਲ ਨਾ ਮੈਂ ਨਫ਼ਰਤ ਕਰਦਾ, ਮੈਂ ਖੁਦ ਸਿੱਖ ਹਾਂ। ਬਿਲਕੁਲ, ਮੈਂ ਸਿੱਖੀ ਨਾਲ ਕਾਹਤੋਂ ਨਫ਼ਰਤ ਕਰੂੰਗਾ? ਅਸੀਂ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਸਿੱਖੀ ਦੀ ਪਾਲਣਾ ਕਰਦੇ ਨੇ, ਉਹਨਾਂ ਦੀ ਕਦਰ ਕਰਦੇ ਹਾਂ, ਇੱਜ਼ਤ ਕਰਦੇ ਹਾਂ। ਸਰਬਜੀਤ ਧੁੰਦਾ ਮੇਰੇ ਕੋਲ ਮਿਲ ਕੇ ਗਿਆ, ਬਹੁਤ ਮਾਨ ਸਨਮਾਨ ਨਾਲ ਮਿਲ ਕੇ ਗਿਆ। ਬਾਬਾ ਦਲੇਰ ਸਿੰਘ ਮੇਰੇ ਕੋਲ ਆ ਕੇ ਗਏ ਨੇ। ਬਹੁਤ ਸਾਰੇ ਬੁੱਧੀਜੀਵੀ ਨੇ, ਢੱਡਰੀਆਂ ਵਾਲਾ ਰਣਜੀਤ ਹੈ, ਉਹ ਮੈਨੂੰ ਮਿਲਿਆ ਹੈ। ਪਰੰਪਰਾਵਾਂ ਨੇ, ਬੜੂ ਸਾਹਿਬ ਵਾਲਿਆਂ ਨੇ ਮੈਨੂੰ ਸਨਮਾਨਿਤ ਕੀਤਾ, ਚੀਮੇ ਗੁਰਦੁਆਰੇ ਦੇ। ਬਾਬਾ ਅਤਰ ਸਿੰਘ ਵਾਲਿਆਂ ਨੇ, ਮਸਤੂਆਂ ਨੇ ਮੈਨੂੰ ਸਨਮਾਨਿਤ ਕੀਤਾ ਗੁਰੂ ਘਰ 'ਚ। ਗੁਰੂ ਘਰਾਂ ਦਾ ਅਸੀਂ ਮਾਨ ਸਨਮਾਨ ਕਰਦੇ ਹਾਂ, ਅਸੀਂ ਸਿੱਖ ਮਰਿਆਦਾ ਦਾ ਮਾਨ ਸਨਮਾਨ ਕਰਦੇ ਹਾਂ। ਇੱਕ ਫਿਲਾਸਫੀ ਹੈ, ਇੱਕ ਕੁਰਬਾਨੀ ਵਾਲੀ ਫਿਲਾਸਫੀ ਹੈ। ਬਿਲਕੁਲ, ਅਤੇ ਦੁਨੀਆ ਦੇ ਵਿੱਚ ਮੰਨੀ ਹੋਈ ਫਿਲਾਸਫੀ ਹੈ। ਇਹ ਤੋਂ ਕੌਣ ਮੂੰਹ ਮੋੜ ਸਕਦਾ? ਵਿਰੋਧ ਤਾਂ ਅਸੀਂ ਉਹਨਾਂ ਦਾ ਕਰਦੇ ਹਾਂ ਜਿਹੜੇ ਸਿੱਖੀ ਦੇ ਨਾਂ 'ਤੇ ਕਲੰਕ, ਉਹ ਜਿਹੜੇ ਕਿਸੇ ਦੀ ਬਿਆਨ ਸਟੇਟਮੈਂਟ ਆਉਣ ਤੋਂ ਬਾਅਦ
ਮੈਂ ਹੁਣ ਸਟੇਟਮੈਂਟ ਦੇ ਰਿਹਾ। ਹੂੰ ਇਹ 'ਚ ਕਮੈਂਟ ਆਉਣਗੇ, ਇਹ ਗਦਾਰ, ਹੂੰ ਇਹਦੀ ਭੈਣ ਦੀ, ਇਹਦੀ ਮਾਂ ਦੀ, ਇਹਦੀ ਕੁੜੀ ਦੀ, ਇਹਦੀ ਧੀ ਦੀ, ਹੂੰ ਜਿਹੜੀਆਂ ਗਾਲਾਂ ਦੀਆਂ ਬਸ਼ਾਰਾਂ ਲਾਉਂਦੇ ਨੇ, ਹੂੰ ਮੈਨੂੰ ਤਾਂ ਉਹਨਾਂ ਤੇ ਆਉਂਦੀ ਹੈ ਚਿੰਤਾ ਵੀ ਇਹ ਕਿਹੜੇ ਸਿੱਖ ਨੇ, ਹੂੰ ਬਿਲਕੁਲ ਇਹਨਾਂ ਨੂੰ ਕਹੋਗੇ ਕੀ ਤੁਸੀਂ, ਹੂੰ ਕੀ ਇਹ ਡੈਫੀਨੇਸ਼ਨ ਹੈ ਸਿੱਖ ਦੀ? ਹੂੰ ਬਿਲਕੁਲ ਮੈਨੂੰ ਤਾਂ ਉਹਨਾਂ ਤੇ ਹੈ, ਹੂੰ ਜਿਹੜੇ ਅਸਲੀ ਸਿੱਖ ਨੇ ਉਹਨਾਂ ਤੇ ਕੌਣ ਕਮੈਂਟ ਕਰੂਗਾ? ਬਿਲਕੁਲ ਕੋਈ ਕਮੈਂਟ ਨਹੀਂ। ਕਿਸੇ ਧਰਮ ਨਾਲ, ਹੂੰ ਕਿਸੇ ਸਿੱਖ ਨਾਲ ਹੂੰ ਸਾਡੀ ਕੋਈ ਟਕਰਾਓ ਨਹੀਂ, ਬਿਲਕੁਲ ਕਿਸੇ ਤਰ੍ਹਾਂ ਦਾ ਮਤਭੇਦ ਨਹੀਂ, ਕਿਸੇ ਤਰ੍ਹਾਂ ਦਾ ਬਕਰੇਵਾਂ ਨਹੀਂ, ਬਹੁਤ ਪਿਆਰ ਨਾਲ ਮਿਲਦੇ ਨੇ ਸਾਨੂੰ। ਹੂੰ ਮੇਰੀ ਇੱਕ ਵਿਚਾਰ ਹੈ, ਹੂੰ ਉਹ ਕਮਿਊਨਿਸਟ ਵਿਚਾਰ ਮਨ ਹੋ ਸਕਦੀ ਹੈ, ਇਹ ਤਾਂ ਮੇਰਾ ਆਪਦਾ ਵਿਚਾਰ ਆਪਦਾ ਹੈ। ਵਿਚਾਰ ਹੈ, ਬਿਲਕੁਲ ਹੋਰ ਮੈਨੂੰ ਕਿਸੇ ਤੇ ਦੂਜੇ ਤੇ ਵਿਚਾਰ ਰੱਖਣ ਦਾ, ਅਸੀਂ ਨਹੀਂ ਠੋਸਦੇ ਵੀ ਤੁਸੀਂ ਮੇਰੇ ਵਾਲੇ ਵਿਚਾਰ ਮੰਨੋ। ਬਿਲਕੁਲ ਤੁਹਾਡੇ ਵਿਚਾਰ ਆਪਦੇ ਨੇ, ਸਾਡੇ ਵਿਚਾਰ ਆਪਦੇ ਨੇ, ਹੂੰ ਕਿਤੇ ਸਾਂਝੇ ਵੀ ਹੋ ਜਾਣਗੇ, ਹੂੰ ਕਿਤੇ ਵੱਖ-ਵੱਖ ਵੀ ਹੋ ਜਾਣਗੇ। ਬਿਲਕੁਲ। ਲਾਸਟ ਸਵਾਲ ਨਾਲ ਆਪਾਂ ਸਮਾਪਤੀ ਕਰਦੇ ਹਾਂ ਇੰਟਰਵਿਊ ਦੀ। ਤੇ ਪੰਜਾਬ ਦੇ ਕੁਝ ਕੁ ਮਸਲੇ ਨੇ ਜਾਂ ਜਿਵੇਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਕਹਿ ਲਈਏ ਨੌਕਰੀਆਂ ਦੇ ਵਿੱਚ ਜ਼ਿਆਦਾ ਪਹਿਲ ਦੇਣੀ, ਕੁਝ ਕੁ ਹੋ ਨਹੀਂ ਸਕਦਾ ਵੀ ਤੁਹਾਡੀ ਨਜ਼ਰ ਦੇ ਵਿੱਚ ਆਉਣ ਵਾਲੇ ਟਾਈਮ 'ਚ ਕੋਈ ਹੋਣਾ ਚਾਹੀਦਾ ਵੀ ਪੰਜਾਬ ਨੂੰ ਵੱਧ ਅਹਿਮੀਅਤ ਦਿੱਤੀ ਜਾਵੇ, ਜਾਂ ਜਿਵੇਂ ਹਿਮਾਚਲ ਦੇ ਵਿੱਚ ਕਾਨੂੰਨ ਹੈ ਕੋਈ ਜਿਹੜਾ ਪੰਜਾਬ ਦੇ ਵਿੱਚ ਬਾਹਰਲੇ ਨਾ ਕੋਈ ਇੱਦਾਂ ਜ਼ਮੀਨ ਲੈ ਸਕਣ, ਜਾਂ ਪੰਜਾਬ ਨੂੰ ਵੱਧ ਪਹਿਲ ਦੇ ਆਧਾਰ 'ਤੇ ਘੱਟੋ ਘੱਟ 90% ਕੋਟਾ ਨੌਕਰੀਆਂ ਦੇ ਵਿੱਚ ਹੋ ਜੇ, ਆਉਣ ਵਾਲੇ ਟਾਈਮ 'ਚ ਕੋਈ ਇੱਦਾਂ ਦੀ ਮੰਗ ਹੋ ਸਕਦੀ, ਰੱਖਣੀ ਚਾਹੀਦੀ, ਜਾਂ ਤੁਹਾਡੇ ਹਿਸਾਬ ਨਾਲ ਕੀ? ਦੇਖੋ, ਮੈਂ ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦਾ, ਮੈਂ ਤਾਂ ਸਾਰੇ ਸੂਬਿਆਂ ਨੂੰ ਕਹਿਣਾ ਵੀ ਸੂਬਿਆਂ ਦੇ ਜਿਹੜੇ ਨੌਜਵਾਨ ਲੋਕ ਨੇ, ਸੂਬੇ ਆਪਦੇ ਸੂਬਿਆਂ 'ਚ ਵੱਧ ਤੋਂ ਵੱਧ ਉਹਨਾਂ ਨੂੰ ਆਪਦੇ ਸਥਾਨਕ ਐਡਜਸਟਮੈਂਟਾਂ ਕਰਨ। ਬਿਲਕੁਲ ਉਹ ਲੋੜ ਜ਼ਰੂਰੀ ਹੈ, ਕਿਉਂਕਿ ਉਹਨਾਂ ਵਾਸਤੇ ਸਥਾਨਕ ਜਗ੍ਹਾ 'ਤੇ ਕੰਮ ਕਰਨਾ ਵੀ ਸੌਖਾ। ਉਹਨਾਂ ਸਟੇਟ ਦੇ ਆਪਦੀ ਸਟੇਟ ਦੀ ਆਰਥਿਕਤਾ ਦੇ ਆਧਾਰ 'ਤੇ ਵੀ ਹੁੰਦਾ। ਹਰੇਕ ਸਟੇਟ ਨੂੰ ਆਪਦੇ ਬੰਦਿਆਂ ਦੇ, ਆਪਦੇ ਸਟੇਟ ਦੇ ਬੰਦਿਆਂ 'ਤੇ ਧਿਆਨ ਵੱਧ ਕੇਂਦਰਿਤ ਕਰਨਾ ਚਾਹੀਦਾ। ਠੀਕ ਹੈ, ਲੋੜਾਂ ਪੈਂਦੀਆਂ ਨੇ IAS ਅਫਸਰਾਂ ਦੀਆਂ, ਵੱਡੇ ਇੰਜੀਨੀਅਰਾਂ ਦੇ, ਡਿਪਲੋਮੇ ਵਾਲੇ ਦੀਆਂ, ਉਹ ਇੱਕ ਦੂਜੇ ਤੋਂ ਮਦਦਾਂ ਵੀ ਲਈਆਂ ਨੇ, ਉੱਧਰੋਂ ਜੁਆਇਨਿੰਗ ਵੀ ਕਰਾਈ ਜਾਂਦੀ ਹੈ, ਡੈਪੂਟੇਸ਼ਨ ਦੇ ਭੇਜੇ ਜਾਂਦੇ ਨੇ, ਉਸ ਤਰ੍ਹਾਂ ਦਾ ਹੋ ਸਕਦਾ ਹੁੰਦਾ। ਉਹ ਹਰੇਕ ਸਟੇਟ ਧਿਆਨ ਦੇਵੇ ਆਪਣੇ ਸਟੇਟ ਦੇ ਆਪਣੇ ਬੰਦੇ ਨੂੰ ਐਡਜਸਟਮੈਂਟ ਕਰਨ ਦੀ, ਆਪਦੇ ਵਾਸਤੇ ਉਹ ਵੱਧ ਵਧੀਆ ਰਹੇਗਾ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਸੋ ਇਹ ਸੀ ਜੋਗਿੰਦਰ ਸਿੰਘ ਜੀ, ਪ੍ਰਧਾਨ ਉਗਰਾਹਾਂ ਜਥੇਬੰਦੀ ਦੇ ਜੋ ਸੂਬਾ ਪ੍ਰਧਾਨ ਨੇ। ਸੋ ਤੁਹਾਡੇ ਸਵਾਲ ਤੁਸੀਂ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ ਕਿ ਕਿਸ ਤਰ੍ਹਾਂ ਅਸਲ ਦੇ ਵਿੱਚ ਸੁਝਾਅ ਵੀ ਦੇ ਸਕਦੇ ਕਿ ਕਿਸ ਤਰ੍ਹਾਂ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕਦੇ ਹਾਂ। ਸਰਕਾਰ ਨੂੰ ਲੈ ਕੇ ਤੁਹਾਡੇ ਕੀ ਸਵਾਲ ਜਵਾਬ ਨੇ, ਸੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ। ਤੁਹਾਡੇ ਸੁਝਾਅ ਦੀ ਸਾਨੂੰ ਉਡੀਕ ਰਹੂਗੀ। ਆਉਣ ਵਾਲੇ ਟਾਈਮ 'ਚ ਆਪਾਂ ਕਿਸੇ ਹੋਰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਜੀ, ਧੰਨਵਾਦ।